की हाल चाल है भाई, किवें हो सारे जाने ठीक ठाक हो, सौ गलबात है। ओके, समथिंग डिफरेंट फॉर एवरीवन। 360 रेस ਦੇ ਵਿੱਚ ਇਸ ਵੇਲੇ ਸਕੂਟਰੀ ਹੋ ਰਹੀ ਹੈ। ਇਹ ਕੀ ਕਰਦੇ ਨੇ ਵੀ ਜਿੰਨੀਆਂ ਵੀ ਕਾਰਾਂ ਆਉਂਦੀਆਂ ਨੇ ਉਹਨਾਂ ਕਾਰਾਂ ਦਾ ਚੈੱਕਅਪ ਹੁੰਦਾ, ਉਹਨਾਂ ਨੂੰ ਦੇਖਦੇ ਆ ਇਹ ਵੀ ਸਾਰਾ ਕੁਝ ਠੀਕ ਹੈ, ਸਭ ਕੁਝ ਚੱਲਦਾ ਹੈ, ਮਤਲਬ ਬਹੁਤ ਸੀਰੀਅਸ ਲੈਂਦੇ ਨੇ ਸਾਰੀ ਚੀਜ਼ ਨੂੰ। ਸੋ ਆਈ ਥਾਟ ਕਿ ਲੈਟ ਮੀ ਰਨ ਡਾਊਨ ਕਿ ਜਿਹੜੀਆਂ ਡਿਫਰੈਂਟ ਕਲਾਸਿਸ ਦੀਆਂ ਕਾਰਾਂ ਇੱਥੇ ਰੇਸ ਕਰਦੀਆਂ। ਸੋ ਜਿੰਨੀਆਂ ਵੀ ਇੱਥੇ ਕਲਾਸਿਸ ਹੈਗੀਆਂ ਨੇ 10 ਜਾਂ 11 ਕਲਾਸਿਸ ਨੇ ਕਾਰਾਂ ਦੀਆਂ। ਸੋ ਮੈਂ ਤੁਹਾਨੂੰ ਉਹਨਾਂ ਦੇ ਬਾਰੇ ਥੋੜ੍ਹਾ ਦੱਸੂੰਗਾ ਕਿ ਇਹਨਾਂ ਦਾ ਕਿਉਂ ਇਹ ਡਿਫਰੈਂਟ ਕਲਾਸ ਹੈ, ਇਹਦੀ ਕੀ ਸਪੈਸ਼ਲਿਟੀ ਹੈ ਤੇ ਉਹਦੇ ਇੰਜਨ ਪਾਵਰ ਕਿੰਨੀ ਹੁੰਦੀ ਹੈ ਜਾਂ ਹੋਰ ਉਹਦੇ ਕੀ ਫੀਚਰਸ ਨੇ। ਆਲਰਾਈਟ, ਸੋ ਲੈਟਸ ਗੋ। ਓਕੇ, ਸਭ ਤੋਂ ਪਹਿਲਾਂ ਸਭ ਤੋਂ ਟੌਪ ਦੀ ਕਲਾਸ ਦੇਖਦੇ ਹਾਂ ਜਿਹੜੀ ਹੈਗੀ ਹੈ ਪ੍ਰੋ ਬਗੀ ਕਲਾਸ। ਪ੍ਰੋ ਬਗੀਜ਼ ਸਭ ਤੋਂ ਘੈਂਟ, ਸਭ ਤੋਂ ਸੋਹਣੀਆਂ, ਸਭ ਤੋਂ ਹੈਵੀ, ਸਭ ਤੋਂ ਫਾਸਟ ਅਤੇ ਸਭ ਤੋਂ ਘੈਂਟ ਆਵਾਜ਼ ਵਾਲੀਆਂ ਹੁੰਦੀਆਂ ਨੇ। ਸਭ ਤੋਂ ਜ਼ਿਆਦਾ ਲੋਕ ਪ੍ਰੋ ਬਗੀਜ਼ ਨੂੰ ਪਸੰਦ ਕਰਦੇ ਆ। ਕੈਮਰੇ 'ਤੇ ਵੀ ਸਭ ਤੋਂ ਵਧੀਆ ਪ੍ਰੋ ਬਗੀਜ਼ ਆਉਂਦੀਆਂ ਨੇ ਅਤੇ ਬਹੁਤ ਜ਼ਿਆਦਾ ਪਾਵਰਫੁਲ ਹੁੰਦੀਆਂ ਪ੍ਰੋ ਬਗੀਜ਼। ਪ੍ਰੋ ਬਗੀਜ਼ ਦੇ ਵਿੱਚ ਤੁਸੀਂ 6000 ਸੀਸੀ ਤੱਕ ਦਾ ਇੰਜਨ ਯੂਜ਼ ਕਰ ਸਕਦੇ ਹੋ। ਹੋਰ ਵੀ ਕਲਾਸਿਸ ਦੇ ਵਿੱਚ 6000 ਸੀਸੀ ਦੀ ਆਪਸ਼ਨ ਹੁੰਦੀ ਹੈ, ਪਰ ਪ੍ਰੋ ਬਗੀਜ਼ ਹੀ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਐਕਚੁਅਲੀ ਇੰਨਾ ਪਾਵਰਫੁਲ ਇੰਜਨ ਯੂਜ਼ ਕੀਤਾ ਜਾਂਦਾ। ਮੋਸਟਲੀ V8 ਨੈਚੁਰਲੀ ਐਸਪੀਰੇਟਡ ਇੰਜਨ ਯੂਜ਼ ਕਰਦੇ ਨੇ ਇਸ ਕਲਾਸ ਦੇ ਵਿੱਚ, ਪਰ ਤੁਸੀਂ 3.5 ਲੀਟਰ ਟਰਬੋ ਵੀ ਯੂਜ਼ ਕਰ ਸਕਦੇ ਹੋ। ਹੁਣ ਤੁਹਾਨੂੰ ਇਸ ਦੀ ਪਾਵਰ ਦਾ ਅੰਦਾਜ਼ਾ ਲਾਉਣ ਲਈ ਜਿਹੜੀ ਆਪਣੀ ਮਰੂਤੀ ਜਿਪਸੀ ਜੋ ਮਿਲਟਰੀ ਯੂਜ਼ ਕਰਦੀ ਹੁੰਦੀ ਸੀ, ਉਸ ਗੱਡੀ ਦੀ ਮੈਕਸੀਮਮ ਡਿਸਪਲੇਸਮੈਂਟ ਹੁੰਦੀ ਸੀਗੀ 1300 ਸੀਸੀ ਅਤੇ ਜਿਹੜੀ ਨਵੀਂ ਮਹਿੰਦਰਾ ਥਾਰ ਆਈ ਹੈ 2020 ਦੇ ਵਿੱਚ ਉਸ ਦੀ ਮੈਕਸੀਮਮ ਡਿਸਪਲੇਸਮੈਂਟ ਹੈਗੀ ਹੈ 2200 ਸੀਸੀ ਅਤੇ ਪ੍ਰੋ ਬਗੀ ਦਾ ਇੰਜਨ ਹੁੰਦਾ 6000 ਸੀਸੀ। ਸੋ 3 ਥਾਰ ਰਲਾ ਲਓ, ਉਨੀ ਪਾਵਰ ਇੱਕ ਪ੍ਰੋ ਬਗੀ ਦੇ ਵਿੱਚ ਹੁੰਦੀ ਹੈ। ਪਲੱਸ ਸਸਪੈਂਸ਼ਨ ਸਿਰੇ ਦੀ ਹੁੰਦੀ ਹੈ, ਦੇ ਯੂਜ਼ ਅ ਲੋਟ ਆਫ ਐਕਸਟਰਾ ਫਲੂਇਡ ਫॉर दैट। ਮੈਗਨੈਟਿਕ ਸਸਪੈਂਸ਼ਨ ਵੀ ਯੂਜ਼ ਕਰਦੇ ਨੇ ਅਤੇ ਬਹੁਤ ਹੈਵੀ ਅਤੇ ਬੜਾ ਅਮੇਜ਼ਿੰਗ ਫਰੇਮਵਰਕ ਹੁੰਦਾ ਪ੍ਰੋ ਬਗੀ ਕਲਾਸ ਦਾ। ਅਤੇ ਪ੍ਰੋ ਬਗੀਜ਼ ਬਹੁਤ ਐਕਸਪੈਂਸਿਵ ਹੁੰਦੀਆਂ ਨੇ। ਇੱਕ ਵਧੀਆ ਟੌਪ ਦੀ ਪ੍ਰੋ ਬਗੀ ਵਿਲ ਕੋਸਟ ਯੂ ਅਰਾਊਂਡ 87 ਤੋਂ ਲੈ ਕੇ 90 ਲੱਖ ਦੇ ਨੇੜੇ ਤੇੜੇ। ਪ੍ਰੋ ਬਗੀ ਤੋਂ ਬਾਅਦ ਜਿਹੜੀ ਨੈਕਸਟ ਕਲਾਸ ਹੈਗੀ ਹੈ ਉਹ ਹੈਗੀ ਹੈ ਪ੍ਰੋ ਲਾਈਟ ਕਲਾਸ। ਆਲਮੋਸਟ ਹਾਫ ਕਰ ਦਿਓ ਪਾਵਰ ਨੂੰ। ਸੋ 3500 ਸੀਸੀ ਨੈਚੁਰਲੀ ਐਸਪੀਰੇਟਡ ਜੋ ਇੰਜਨ ਹੈਗਾ ਉਹ ਤੁਸੀਂ ਪ੍ਰੋ ਲਾਈਟ ਕਲਾਸ ਦੇ ਵਿੱਚ ਯੂਜ਼ ਕਰ ਸਕਦੇ ਹੋ। ਪ੍ਰੋ ਲਾਈਟ ਬਗੀਜ਼ ਦਾ ਜੇ ਇੰਜਨ ਅੱਧਾ ਰਹਿ ਗਿਆ ਤਾਂ ਇਹਨਾਂ ਦਾ ਵਜ਼ਨ ਵੀ ਅੱਧਾ ਰਹਿ ਜਾਂਦਾ, ਉਸ ਕਰਕੇ ਇਹ ਗੱਡੀਆਂ ਬਹੁਤ ਫਾਸਟ ਹੋ ਜਾਂਦੀਆਂ ਨੇ ਅਤੇ ਮੋਸਟਲੀ ਪ੍ਰੋ ਲਾਈਟ ਪ੍ਰੋ ਬਗੀਜ਼ ਨੂੰ ਕੰਪੀਟ ਕਰਦੀਆਂ ਨੇ। ਔਰ ਪਿਛਲੇ ਸਾਲ ਮੈਂ ਦੇਖਿਆ ਮੋਸਟਲੀ ਜੋ ਪ੍ਰੋ ਲਾਈਟ ਬਗੀਜ਼ ਹੁੰਦੀਆਂ ਨੇ ਉਹ ਕੰਪੀਟੀਸ਼ਨ ਵਿਨ ਕਰਦੀਆਂ। ਪ੍ਰੋ ਬਗੀਜ਼ ਕਿਉਂਕਿ ਹੈਵੀ ਬਹੁਤ ਹੁੰਦੀਆਂ ਸੋ ਦੇ ਬ੍ਰੇਕ ਡਾਊਨ ਕੁਆਇਟ ਈਜ਼ੀਲੀ, ਬਟ ਪ੍ਰੋ ਲਾਈਟ ਬਹੁਤ ਰਿਲਾਇਬਲ ਕਲਾਸ ਹੈ। ਇਸ ਸਾਲ 3 ਸਪ੍ਰਿੰਗਸ ਦੇ ਵਿੱਚ 6 ਪ੍ਰੋ ਲਾਈਟ ਬਗੀਜ਼ ਨੇ ਕੰਪੀਟ ਕੀਤਾ। ਇੱਥੋਂ ਤੱਕ ਕਿ ਕਈ ਵਾਰੀ ਪ੍ਰੋ ਬਗੀਜ਼ ਦੇ ਡਰਾਈਵਰ ਜਿਹੜੇ ਹੁੰਦੇ ਨੇ ਦੇ ਸਟੈਪ ਡਾਊਨ ਅਤੇ ਉਹ ਆਪਦੀ ਪ੍ਰੋ ਬਗੀ ਵੇਚ ਕੇ ਪ੍ਰੋ ਲਾਈਟ ਬਗੀ ਲੈ ਕੇ ਕੰਪੀਟ ਕਰਦੇ ਆ। ਸੋ ਇਹ ਵਾਲੀ ਜਿਹੜੀ ਪ੍ਰੋ ਲਾਈਟ ਬਗੀ ਹੈ ਇਹ ਡਬਲ ਸੀਟਰ ਹੈ। ਸੋ ਇੱਕ ਡਰਾਈਵਰ ਦੇ ਨਾਲ ਉਸ ਦਾ ਨੈਵੀਗੇਟਰ, ਕਿਉਂਕਿ ਜਿਹੜਾ ਟਰੈਕ ਹੈ ਉਹ 75 ਕਿਲੋਮੀਟਰ ਦਾ ਟਰੈਕ ਹੁੰਦਾ, ਤੁਸੀਂ 2 ਲੈਪ ਕਰਨੇ ਹੁੰਦੇ ਆ। ਸੋ ਤੁਹਾਨੂੰ ਨੈਵੀਗੇਟਰ ਦੀ ਲੋੜ ਪੈਂਦੀ ਹੈ। ਪਰ ਇਸ ਸਾਲ ਸਾਡੇ ਕੋਲ ਹੈਗੀ ਹੈ ਇਹ ਇੱਕ ਸਿੰਗਲ ਸੀਟਰ ਪ੍ਰੋ ਲਾਈਟ ਬਗੀ ਅਤੇ ਇਟਸ ਵੈਰੀ ਯੂਨੀਕ ਕਿਉਂਕਿ ਜੇਕ ਨੇ ਇਕੱਲੇ ਨੇ ਡਰਾਈਵ ਕਰਨੀ ਹੈ। ਸੋ ਹੀ ਨੀਡਸ ਟੂ ਕੀਪ ਐਨ ਆਈ ਕਿ ਉਹਦੇ ਪਿੱਛੇ ਕੋਈ ਆ ਰਿਹਾ ਹੈ, ਕਿਵੇਂ ਕੋਈ ਚੇਜ਼ ਕਰ ਰਿਹਾ ਅਤੇ ਸਾਰੀ ਕੰਸਨਟ੍ਰੇਸ਼ਨ 2 ਜਣਿਆਂ ਦੀ ਇੱਕੋ ਬੰਦਾ ਕਰਦਾ ਹੈ ਸਿੰਗਲ ਸੀਟਰ ਪ੍ਰੋ ਲਾਈਟ ਬਗੀ ਵਿੱਚ। ਉਸ ਤੋਂ ਅਗਲੀ ਜਿਹੜੀ ਕਲਾਸ ਹੈਗੀ ਹੈ ਉਹ ਹੈ ਜੀ ਸਪੋਰਟਸ ਲਾਈਟ। ਸਪੋਰਟਸ ਲਾਈਟ ਦੇ ਵਿੱਚ ਤੁਸੀਂ ਬੱਗੀ ਰੇਸ ਕਰ ਸਕਦੇ ਹੋ ਜਾਂ ਤੁਸੀਂ ਐਕਸਟ੍ਰੀਮ 2 ਵੀਲ ਡਰਾਈਵ ਵਾਲਾ ਕੋਈ ਵਹੀਕਲ ਯੂਜ਼ ਕਰ ਸਕਦੇ ਹੋ ਅਤੇ ਇੰਜਨ ਦੀ ਲਿਮਿਟ ਹੈਗੀ ਹੈ 2500 ਸੀਸੀ। ਸੋ ਇਹ ਪ੍ਰੋ ਲਾਈਟ ਬੱਗੀ ਤੋਂ ਥੋੜ੍ਹੀਆਂ ਜਿਹੀਆਂ ਛੋਟੀਆਂ ਹੋ ਗਈਆਂ ਅਤੇ ਇੰਜਨ ਇਹਨਾਂ ਦਾ ਤੁਹਾਡਾ ਹੁਣ ਥਾਰ ਦੇ ਮੁਕਾਬਲੇ ਆ ਗਿਆ। ਥਾਰ ਨਾਲੋਂ ਫਿਰ ਵੀ 300 ਸੀਸੀ ਜ਼ਿਆਦਾ ਹੈ, ਪਰ ਸਪੋਰਟਸ ਲਾਈਟ ਸਭ ਤੋਂ ਜ਼ਿਆਦਾ ਹਲਕੀ ਬੱਗੀ ਹੁੰਦੀ ਹੈ ਅਤੇ ਉਸ ਕਰਕੇ ਦੇ ਗੋ ਵੈਰੀ ਫਾਸਟ ਅਤੇ ਇੰਡੀਪੈਂਡੈਂਟ ਆਰਮ ਸਸਪੈਂਸ਼ਨ ਇਹਦੇ ਵਿੱਚ ਅਲਾਊਡ ਹੈ। ਸੋ ਸਪੋਰਟਸ ਲਾਈਟ ਵਿੱਚ ਤੁਸੀਂ ਇਹ ਲਾ ਲਓ ਕਿ ਪ੍ਰੋ ਬੱਗੀ ਪ੍ਰੋ ਲਾਈਟ ਇਹਨਾਂ ਦੋਵਾਂ ਦਾ ਬੈਸਟ ਮਿਕਸ ਕਰਕੇ ਸਪੋਰਟਸ ਲਾਈਟ ਬਣ ਗਈ, ਪਰ ਇੰਜਨ ਦੀ ਪਾਵਰ ਤੁਹਾਡੀ ਰਹਿ ਗਈ 1/3। ਅਤੇ ਜੇ ਤੁਸੀਂ ਸਪੋਰਟਸ ਲਾਈਟ ਦੇ ਵਿੱਚ ਜਿੱਤਣਾ ਹੈ ਤਾਂ ਤੁਹਾਡੇ ਡਰਾਈਵਿੰਗ ਸਕਿੱਲ ਬਹੁਤ ਔਸਮ ਹੋਣੇ ਚਾਹੀਦੇ ਹੈ। ਐਂਡ ਯੈਪ ਸੋ ਸਪੋਰਟਸ ਲਾਈਟਸ ਨੂੰ ਡਰਾਈਵ ਬਹੁਤ ਕਰ ਸਕਦੇ ਆ, ਬਟ ਓਨਲੀ ਦ ਵੈਰੀ ਗੁੱਡ ਡਰਾਈਵਰਸ ਕੈਨ ਵਿਨ ਇਨ ਅ ਸਪੋਰਟਸ ਲਾਈਟ।
ਓਕੇ, ਨੈਕਸਟ ਹੈ ਸੁਪਰ 1650। ਸਾਰੇ ਕੰਪੀਟੀਸ਼ਨ ਦੇ ਵਿੱਚ ਸਭ ਤੋਂ ਛੋਟਾ ਇੰਜਨ ਸੁਪਰ 1650 ਵਿੱਚ ਹੁੰਦਾ ਹੈ। ਜਿਵੇਂ ਕਿ ਨਾਮ ਤੁਹਾਨੂੰ ਦੱਸ ਰਿਹਾ, ਸਿਰਫ 1650 cc। ਸੋ ਇਹ ਥਾਰ ਤੋਂ ਵੀ ਥੱਲੇ ਤੇ ਜਿਪਸੀ ਦੀ ਪਾਵਰ ਤੋਂ ਵੀ ਕਿਤੇ ਥੱਲੇ ਇਹ ਗੱਡੀਆਂ ਹੁੰਦੀਆਂ ਨੇ, ਬਟ ਦੇ ਆਰ ਵੈਰੀ ਸਮੌਲ। ਇਸ ਕਲਾਸ ਨੂੰ ਮੋਸਟਲੀ ਨਵੇਂ ਡਰਾਈਵਰ ਯੂਜ਼ ਕਰਦੇ ਆ। ਜਦੋਂ ਕੋਈ ਨਵਾਂ ਡਰਾਈਵਰ ਰੇਸਿੰਗ ਸਿੱਖਣਾ ਚਾਹੁੰਦਾ ਹੈ ਤੇ ਉਹ ਬਗੀਜ਼ ਦੇ ਵਿੱਚ ਰੇਸ ਕਰਨਾ ਚਾਹੁੰਦਾ ਹੈ, ਤੁਸੀਂ ਸਟਾਰਟ ਵਿਦ ਸੁਪਰ 1650। ਸੋ ਆਫ ਰੋਡ ਰੇਸਿੰਗ ਸਿੱਖਣ ਵਾਸਤੇ ਸੁਪਰ 1650 ਤੁਹਾਡੀ ਐਂਟਰੀ ਕਲਾਸ ਹੈ। 1650 ਦਾ ਗੇਅਰ ਬਾਕਸ ਬਹੁਤ ਟ੍ਰਿਕੀ ਹੁੰਦਾ ਹੈ। ਮੈਂ ਜਿੰਨੀਆਂ ਸੁਪਰ 1650 ਰਿਟਾਇਰ ਹੁੰਦੀਆਂ ਦੇਖੀਆਂ ਨੇ, ਉਹਨਾਂ 'ਚੋਂ 90% ਜੋ ਕਾਰਨ ਸੀ ਉਹਨਾਂ ਦੇ ਰਿਟਾਇਰ ਹੁੰਦਾ, ਦੈਟ ਵਾਜ਼ ਦੇਅਰ ਗੇਅਰ ਬਾਕਸ। ਓਕੇ, ਨੈਕਸਟ ਆ ਗਈ ਸਾਈਡ ਬਾਈ ਸਾਈਡ ਟਰਬੋ। ਇਹ ਗੱਡੀਆਂ ਦੇ ਆਰ ਜਸਟ ਅਮੇਜ਼ਿੰਗ। ਇਹ ਪਿੱਛੋਂ ਫੈਕਟਰੀ ਵੱਲੋਂ ਬਣ ਕੇ ਆਉਂਦੀਆਂ ਨੇ। ਦੋ ਮੇਨ ਕੰਪਨੀਆਂ ਇਹਨਾਂ ਬੱਗੀਜ਼ ਨੂੰ ਬਣਾਉਂਦੀਆਂ ਨੇ, ਕੈਨ-ਐਮ ਤੇ ਪੋਲੈਰਿਸ। ਕੈਨ-ਐਮ ਜ਼ਿਆਦਾ ਪਪੂਲਰ ਹੈ। ਜਦੋਂ ਇਹ ਲਾਂਚ ਹੋਈਆਂ ਨੇ 2-3 ਸਾਲ ਪਹਿਲਾਂ ਆਉਣ ਲੱਗੀਆਂ ਆਫ ਰੋਡ ਰੇਸਿੰਗ ਵਿੱਚ, ਤਾਂ ਸਾਰੇ ਇਹਨਾਂ ਨੂੰ ਗੋਲਫ ਕਾਰਟ ਕਹਿੰਦੇ ਹੁੰਦੇ ਸੀ ਜਾਂ ਸਾਬਨਦਾਨੀ ਕਹਿ ਦਿੰਦੇ ਹੁੰਦੇ ਸੀ, ਆਪਾਂ ਕਹਿ ਲਈਏ। ਪਰ ਇਸ ਵੇਲੇ ਸਭ ਤੋਂ ਜ਼ਿਆਦਾ ਨੰਬਰ ਸਾਈਡ ਬਾਈ ਸਾਈਡ ਕਾਰਾਂ ਦੇ ਨੇ। ਹਰ ਰੇਸ ਦੇ ਵਿੱਚ 15 ਤੋਂ ਲੈ ਕੇ 20 ਤੱਕ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਉਹ ਸਾਈਡ ਬਾਈ ਸਾਈਡ ਹੁੰਦੀਆਂ ਨੇ। ਅਤੇ ਹੁਣ ਇਹਨਾਂ ਨੇ ਟੌਪ 10 ਵਿੱਚ ਆਉਣਾ ਸ਼ੁਰੂ ਕਰਤਾ। ਇਨਫੈਕਟ ਟੌਪ 3 ਵਿੱਚ ਵੀ ਇਹ ਗੱਡੀਆਂ ਆਉਣ ਲੱਗ ਗਈਆਂ। ਸੋ ਦੇ ਆਰ ਲੈਜਿਟ ਕੰਪੈਰੀਟਰਸ ਇਸ ਵੇਲੇ। ਅਤੇ ਇਹਨਾਂ ਨੇ ਸਾਰਿਆਂ ਨੂੰ ਟੈਨਸ਼ਨ ਪਾਈ ਹੋਈ ਹੈ ਵੀ ਅਸੀਂ ਇੰਨੀਆਂ ਮਹਿੰਗੀਆਂ ਗੱਡੀਆਂ ਚਲਾਉਂਦੇ ਹਾਂ ਅਤੇ ਸਸਤੀਆਂ ਜਿਹੀਆਂ ਸਾਈਡ ਬਾਈ ਸਾਈਡ ਲਿਆ ਕੇ ਸਾਨੂੰ ਜਿੱਤ ਲੈਂਦੇ ਆ। ਸਾਈਡ ਬਾਈ ਸਾਈਡ ਦੇ ਵਿੱਚ ਫੈਕਟਰੀ ਵੱਲੋਂ ਬਣਾਏ ਹੋਏ ਇੰਜਨ ਹੁੰਦੇ ਨੇ, ਪਰ ਉਹਨਾਂ ਦੀ ਪਾਵਰ 2050 cc ਤੋਂ ਉੱਪਰ ਨਹੀਂ ਹੋ ਸਕਦੀ। ਉਸ ਤੋਂ ਅੱਗੇ ਆ ਜਾਂਦੀ ਹੈ ਪ੍ਰੋਡਕਸ਼ਨ 4 ਵੀਲ ਡਰਾਈਵ। ਪ੍ਰੋਡਕਸ਼ਨ 4 ਵੀਲ ਡਰਾਈਵ ਦੇ ਵਿੱਚ ਇੰਜਨ ਦੀ ਸੇਮ ਹੈ ਕਿ ਤੁਸੀਂ 6000 cc ਤੱਕ ਦਾ ਇੰਜਨ ਇੰਸਟਾਲ ਕਰ ਸਕਦੇ ਹੋ, ਪਰ ਤੁਹਾਡਾ ਜੋ ਬਿਲਡ ਹੈ ਉਹ ਓਰੀਜਨਲ ਪ੍ਰੋਡਕਸ਼ਨ 4 ਵੀਲ ਡਰਾਈਵ 'ਤੇ ਬੇਸ ਹੋਣਾ ਚਾਹੀਦਾ। ਸੋ ਤੁਸੀਂ ਉਸ ਦੀ ਲੁੱਕ ਨਹੀਂ ਚੇਂਜ ਕਰ ਸਕਦੇ, ਉਸ ਦੀ ਫੀਲ ਨਹੀਂ ਚੇਂਜ ਕਰ ਸਕਦੇ। ਉਸ ਬੋਡੀ ਦੇ ਵਿਦਨ ਲਿਮਿਟ ਦੇ ਵਿੱਚ ਰਹਿ ਕੇ ਹੀ ਤੁਸੀਂ ਆਪ ਦਾ ਬਿਲਡ ਕ੍ਰੀਏਟ ਕਰਨਾ। ਔਰ ਮੋਸਟਲੀ ਇੰਜਨ ਨੂੰ ਵੀ ਤੁਸੀਂ ਮੋਡੀਫਾਈ ਨਹੀਂ ਕਰ ਸਕਦੇ। ਟਰਬੋ ਕਰ ਸਕਦੇ ਹੋ, ਨੈਚੁਰਲੀ ਐਸਪੀਰੇਟਡ ਹੋ ਸਕਦਾ ਹੈ, ਬਟ ਇਟ ਕੈਨ ਨਾਟ ਬੀ ਸਮਥਿੰਗ ਆਫਟਰ ਮਾਰਕੀਟ। ਸਸਪੈਂਸ਼ਨ ਨਾਲ ਜੋ ਮਰਜ਼ੀ ਕਰੋ, ਪਰ ਤੁਸੀਂ ਚੈਸੀ ਫਰੇਮਵਰਕ ਕੁਛ ਨਹੀਂ ਛੇੜ ਸਕਦੇ। ਇਹ ਕਾਰਾਂ ਮੋਸਟਲੀ ਉਹ ਹੁੰਦੀਆਂ ਲੋਕਾਂ ਦੀਆਂ ਜਿਹੜੀਆਂ ਉਹ ਕਹਿੰਦੇ ਆ ਵੀ ਹੁਣ ਇਹਨਾਂ ਨੂੰ ਆਪਾਂ ਡਰਾਈਵ ਨਹੀਂ ਕਰਨਾ, ਓਕੇ ਚਲੋ ਇਹਦੀ ਹੁਣ ਆਪਾਂ ਰੇਸ ਕਾਰ ਬਣਾ ਲੈਂਦੇ ਹਾਂ। ਉਸ ਤੋਂ ਬਾਅਦ ਆ ਜਾਂਦੀ ਹੈ ਐਕਸਟ੍ਰੀਮ 4 ਵੀਲ ਡਰਾਈਵ ਕਲਾਸ। ਇਹ ਹੈਵਲੀ ਮੋਡੀਫਾਈਡ 4 ਵੀਲ ਡਰਾਈਵ ਗੱਡੀਆਂ ਹੁੰਦੀਆਂ ਨੇ ਅਤੇ ਇਹਨਾਂ ਦੇ ਵਿੱਚ ਵੀ ਤੁਸੀਂ 6000 cc ਤੱਕ ਦਾ ਇੰਜਨ ਇੰਸਟਾਲ ਕਰ ਸਕਦੇ ਹੋ। ਪਰ ਇਸ ਦੇ ਵਿੱਚ ਇਹ ਬਹੁਤ ਜ਼ਰੂਰੀ ਹੁੰਦਾ ਕਿ ਤੁਹਾਡਾ ਜਿਹੜਾ ਪ੍ਰੋਜੈਕਟ ਹੈ ਉਹ ਜਿਹੜੀ ਗੱਡੀ 'ਤੇ ਬੇਸਡ ਹੈ ਉਹਦੀ ਲੁੱਕ ਐਂਡ ਫੀਲ ਰਹਿਣੀ ਚਾਹੀਦੀ ਹੈ। ਜਿੱਦਾਂ ਇਹ ਵਾਲਾ ਬਿਲਡ ਜਿਹੜਾ ਹੈ ਇਹ G ਕਲਾਸ ਮਰਸੀਡੀਜ਼ ਦੇ ਉੱਪਰ ਬੇਸਡ ਹੈ। ਤੁਸੀਂ ਇੰਜਨ ਚੇਂਜ ਕਰ ਸਕਦੇ ਹੋ, ਇੰਜਨ ਕਿੱਥੇ ਪਲੇਸ ਕਰਨਾ ਇਹ ਚੇਂਜ ਕਰ ਸਕਦੇ ਹੋ, ਟਾਇਰ, ਸਸਪੈਂਸ਼ਨ ਸਭ ਕੁਝ ਚੇਂਜ ਕਰ ਸਕਦੇ ਹੋ। ਪਰ ਗੱਡੀ 4 ਵੀਲ ਡਰਾਈਵ ਹੋਣੀ ਚਾਹੀਦੀ ਹੈ ਅਤੇ ਤੁਹਾਡਾ ਵਹੀਕਲ ਟੋਟਲੀ ਆਪਦੀ ਓਰੀਜਨਲ ਗੱਡੀ ਦੇ ਉੱਪਰ ਬੇਸਡ ਹੋਣਾ ਚਾਹੀਦਾ। ਇਹ ਵਾਲੀ ਕੈਟੇਗਰੀ ਦੇ ਵਹੀਕਲ ਮੋਸਟਲੀ ਲੋਕ ਆਪਦੇ ਘਰੇ ਬਣਾਉਂਦੇ ਆ ਔਰ ਉਹਨਾਂ ਦੇ ਪਰਸਨਲ ਪ੍ਰੋਜੈਕਟ ਹੁੰਦੇ ਨੇ, ਫਿਰ ਉਹਨਾਂ ਨੂੰ ਰੇਸ 'ਚ ਲਿਆ ਕੇ ਆਪਦਾ ਫਨ ਕਰਦੇ ਆ। ਐਕਸਟ੍ਰੀਮ 2 ਵੀਲ ਡਰਾਈਵ ਇਹ ਮੇਰੀ ਫੇਵਰਟ ਕਲਾਸ ਹੈ। ਹਾਲਾਂਕਿ ਮੈਨੂੰ ਪ੍ਰੋ ਬਗੀਜ਼ ਬਹੁਤ ਪਸੰਦ ਨੇ, ਪਰ ਕੈਮਰੇ ਦੇ ਉੱਪਰ ਬੈਸਟ ਸ਼ਾਟਸ ਮਿਲਦੇ ਆ ਐਕਸਟ੍ਰੀਮ 2 ਵੀਲ ਡਰਾਈਵ ਦੇ। ਮੋਸਟਲੀ ਇਸ ਕਲਾਸ ਦੇ ਵਿੱਚ ਟਰੋਫੀ ਟਰੱਕ ਰੇਸ ਕਰਦੇ ਆ। ਹੈਵਲੀ ਮੋਡੀਫਾਈਡ 2 ਵੀਲ ਡਰਾਈਵ ਗੱਡੀਆਂ ਵਿਚ ਆਰ ਰੀਅਰ ਵੀਲ ਡਰਾਈਵ, ਅਤੇ ਇਹਨਾਂ ਵਿੱਚ ਵੀ 6000 cc ਤੱਕ ਦਾ ਇੰਜਨ ਇੰਸਟਾਲ ਕੀਤਾ ਜਾ ਸਕਦਾ। ਇਸ ਵੇਲੇ ਸਭ ਤੋਂ ਜ਼ਿਆਦਾ ਪੋਪੂਲਰ ਹੋ ਰਹੀ ਜਿਹੜੀ ਕਲਾਸ ਹੈ ਉਹ ਹੈਗੀ ਹੈ ਐਕਸਟ੍ਰੀਮ 2 ਵੀਲ ਡਰਾਈਵ ਕਲਾਸ। ਕਿਉਂਕਿ ਰੀਅਰ ਵੀਲ ਡਰਾਈਵ ਹੁੰਦੀ ਹੈ ਤਾਂ ਜੇ ਤੁਸੀਂ ਕੋਈ ਟਰਨ ਲੈਣੀ ਹੈ ਤਾਂ ਤੁਹਾਨੂੰ ਸਾਈਡਵੇਜ਼ ਟਰਨ ਲੈਣੀ ਪੈਂਦੀ ਹੈ, ਅਤੇ ਉਹ ਕੈਮਰੇ ਦੇ ਉੱਪਰ ਐਡੀ ਕਮਾਲ ਦੀ ਲੱਗਦੀ ਹੈ। 3 ਸਪਰਿੰਗ ਰੇਸ ਦੇ ਵਿੱਚ 2 ਐਕਸਟ੍ਰੀਮ 2 ਵੀਲ ਡਰਾਈਵ ਦੇ ਟਰੱਕ ਸੀ। ਸਾਨੂੰ ਤੇ ਵਧੀਆ ਲੱਗਣੀ ਹੈ, ਜਵਾਕਾਂ ਨੂੰ ਵੀ ਬਹੁਤ ਪਸੰਦ ਆ। I think this is my favourite car. This is my favourite car. So do you want to go for Yeah, a me ride? too. Favourite car. Yeah, it's a pretty good Yeah, car. take you back to-
ਪਰਫਾਰਮੈਂਸ 2 ਵੀਲ ਡਰਾਈਵ ਜਸਟ ਲਾਈਕ ਪ੍ਰੋਡਕਸ਼ਨ 4 ਵੀਲ ਡਰਾਈਵ ਇਹ ਵਾਲੀ ਕਲਾਸ ਜਿਹੜੀ ਹੈ ਇਹਦੇ ਵਿੱਚ ਵੀ ਇੰਜਨ 6000 ਸੀਸੀ ਤੱਕ ਹੋ ਸਕਦਾ ਪਰ ਅਗੇਨ ਤੁਹਾਡੀ ਗੱਡੀ ਜੋ ਹੈ ਉਹ ਇੱਕ ਪ੍ਰੋਡਕਸ਼ਨ ਵਹੀਕਲ ਉੱਪਰ ਬੇਸ ਹੋਣੀ ਚਾਹੀਦੀ ਹੈ ਤੁਸੀਂ ਚਾਸੀ ਨਹੀਂ ਚੇਂਜ ਕਰ ਸਕਦੇ ਗੱਡੀ ਦੀ ਲੁੱਕ ਐਂਡ ਫੀਲ ਨਹੀਂ ਚੇਂਜ ਕਰ ਸਕਦੇ ਬਾਕੀ ਤੁਸੀਂ ਸਾਰਾ ਕੁਝ ਚੇਂਜ ਕਰ ਸਕਦੇ ਹੋ ਪਰ ਇਹ ਬਹੁਤ ਹੈਵਲੀ ਸਕਰੂਟਨਾਈਜ਼ਡ ਕਲਾਸ ਹੈ ਅਤੇ ਇਸ ਦੇ ਰੂਲਸ ਬਹੁਤ ਸਟ੍ਰਿਕਟ ਨੇ ਕਿਉਂਕਿ ਜਿਹੜੇ ਨਵੇਂ ਰੇਸਰ ਹੁੰਦੇ ਨੇ ਉਹ ਮੋਸਟਲੀ ਇਸ ਕਲਾਸ ਵਿੱਚ ਐਂਟਰ ਕਰਦੇ ਆ ਸੋ ਇਸ ਕਲਾਸ ਦੇ ਉੱਪਰ ਬਹੁਤ ਜ਼ਿਆਦਾ ਨਿਗਾਹ ਰੱਖੀ ਜਾਂਦੀ ਹੈ ਵੀ ਕੋਈ ਰੂਲ ਤਾਂ ਨਹੀਂ ਬ੍ਰੀਚ ਕਰ ਰਹੀ ਸੋ ਇਹ ਸੀਗੀਆਂ ਕਲਾਸਿਸ ਡਿਫਰੈਂਟ ਕਾਰਾਂ ਦੀਆਂ ਆਈ ਹੋਪ ਯੂ ਇੰਜੋਇਡ ਇਟ ਬਹੁਤ ਡਿਫਰੈਂਟ ਚੀਜ਼ ਹੈ ਮੇਰੇ ਲਈ ਵੀ ਇੱਥੇ ਬਹੁਤ ਡਿਫਰੈਂਟ ਚੀਜ਼ ਸੀ ਔਰ ਮੋਸਟ ਜਿਹੜੇ ਆਸਟ੍ਰੇਲੀਆ ਦੇ ਲੋਕ ਨੇ ਬਹੁਤਿਆਂ ਨੂੰ ਉਹਨਾਂ ਨੂੰ ਵੀ ਨਹੀਂ ਪਤਾ ਵੀ ਇਹ ਕਾਰਾਂ ਦੀ ਕੀ ਕਲਾਸੀਫਿਕੇਸ਼ਨ ਹੁੰਦੀ ਹੈ ਕਿਵੇਂ ਰੇਸ ਕਰਦੀਆਂ ਸੋ ਆਈ ਥਿੰਕ ਕੁਛ ਨਵਾਂ ਸੀਗਾ ਐਂਡ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਸ਼ੇਅਰ ਕਰਕੇ ਅਤੇ ਆਹ ਤੁਸੀਂ ਵੈਸਟ ਦੇਖ ਰਹੇ ਹੋ ਮੇਰੇ ਪਾਈ ਹੋਈ ਇਹ ਸਾਨੂੰ ਟਰੈਕ 'ਤੇ ਜਦੋਂ ਅਸੀਂ ਮੀਡੀਆ ਜਾਂਦੇ ਹਾਂ ਤਾਂ ਸਾਨੂੰ ਪਾਉਣੀ ਪੈਂਦੀ ਹੈ ਹਾਈ ਵਿਜ਼ ਜੈਕਟ ਕਹਿੰਦੇ ਆ ਇਸ ਨੂੰ ਅਤੇ ਆਹ ਤੁਸੀਂ ਦੇਖ ਸਕਦੇ ਹੋ ਮੀਡੀਆ ਐਕ੍ਰੀਡੇਸ਼ਨ 2020 ਸੋ ਇੱਥੋਂ ਦੀ ਆਸਟ੍ਰੇਲੀਆ ਦੀ ਇੱਕ ਬੋਡੀ ਹੈ ਜਿਹਨੂੰ ਕਹਿੰਦੇ ਨੇ ਮੋਟਰ ਸਪੋਰਟਸ ਔਰ ਉਹ ਸਾਰੇ ਮੀਡੀਆ ਨੂੰ ਕਵਰ ਕਰਦੀ ਹੈ ਸਾਨੂੰ ਉਹਨਾਂ ਨਾਲ ਐਕ੍ਰੀਡੇਸ਼ਨ ਲੈਣੀ ਪੈਂਦੀ ਆ ਉਹਨਾਂ ਤੋਂ ਸਾਈਨ ਆਫ ਕਰਾਉਣਾ ਪੈਂਦਾ ਐਂਡ ਯੂ ਬਿਕਮ ਪਾਰਟ ਆਫ ਦਾ ਮੀਡੀਆ ਅਤੇ ਫਿਰ ਹੀ ਤੁਸੀਂ ਕਿਸੇ ਵੀ ਰੇਸਿੰਗ ਇਵੈਂਟ 'ਤੇ ਜਾ ਸਕਦੇ ਹੋ ਸੋ ਇਹ ਸੀਗੀਆਂ 10 ਕਲਾਸਿਸ ਆਫ ਰੋਡ ਰੇਸਿੰਗ ਵਹੀਕਲਸ ਦੀਆਂ ਐਂਡ ਆਈ ਹੋਪ ਯੂ ਇੰਜੋਇਡ ਇਟ ਸੋ ਮਿਲਾਂਗੇ ਅਗਲੇ ਹਫਤੇ ਬਹੁਤ ਜਲਦੀ ਇਸੇ ਚੈਨਲ 'ਤੇ ਲਗਭਗ ਇਸੇ ਟਾਈਮ ਓਕੇ ਜੀ ਥੈਂਕ ਯੂ